11 12 11 12 हो गया बई, 13 14 वाली कोई हैगी है तो दस दो, है ना। चलो, वर्ल्ड डे अगेंस्ट चाइल्ड लेबर कदों मनाया जाता है बच्चों? देख लो आंसर इनका की है, 12 जून। ठीक है, तो 12 जून वाले बच्चे सही है। 12 जून ਨੂੰ ਆਪਾਂ ਵਰਲਡ ਡੇ ਅਗੇਂਸਟ ਚਾਈਲਡ ਲੇਬਰਸ ਮਨਾਉਂਦੇ ਆ। ਇਸ ਵਾਰ ਦੀ ਥੀਮ ਯਾਦ ਰੱਖਣੀ ਹੈ, ਲੈਟਸ ਐਕਟ ਔਨ ਆਵਰ ਕਮਿਟਮੈਂਟਸ ਐਂਡ ਚਾਈਲਡ ਲੇਬਰ। ਠੀਕ ਹੈ, ਲੈਟਸ ਐਕਟ ਔਨ ਆਵਰ ਕਮਿਟਮੈਂਟ ਐਂਡ ਚਾਈਲਡ ਲੇਬਰ। ठीक है, आर्टिकल 24 याद रखना है, रिलेटेड है, तो आर्टिकल 24 भी याद रखना है। ठीक है, अच्छा, जापान इंडिया दी मैरीटाइम एक्सरसाइज जाइमैक्स स्टार्ट हो चुकी है योकोशुका जापान च। ये किनवा एडिशन है जाइमैक्स का? पहली गल तो करंट अफेयर इंपॉर्टेंट है कि जाइमैक्स किंदे किंदे विचकार है, क्वेश्चन है पूछा जाता। ठीक है, कि जाइमैक्स केड़ी एक्सरसाइज है, ये आर्मी दी एक्सरसाइज है, एयरफोर्स दी है, नेवी दी है? तो पहली गल तो नेवी दी है। केड़े दो कंट्रीज दे विचकार है? इंडिया एंड जापान। ठीक है, दैन इस बार हुई कित्थे है? 2024 का एडिशन, ये भी याद रखना है, योकोसुका जापान दे विच। तो योकोसुका च होया जापान। किनवा एडिशन सी बच्चों, ये दसो। हाँ जी, विच एडिशन इट वाज, 9, 7, 6 और 8? बच्चों वेरी गुड, 8th एडिशन है। ठीक है, 8th एडिशन ऑफ द जापान इंडिया मैरीटाइम एक्सरसाइज। ठीक है, ये स्टार्ट होया। इन दे विच सब तो इंपॉर्टेंट चीज याद रखने वाली जिहड़ी हैगी है, दैट इज आईएनएस शिवालिक। ठीक है, आईएनएस शिवालिक याद रखना है। कई बार ये पूछ लेंगे आईएनएस शिवालिक खाली दे विच खबरां सी, ये है कि ये अपनी बच्चों फ्रिगेट है, स्टेल्थ फ्रिगेट। ठीक है, शिप हुंदी है फ्रिगेट, स्टेल्थ मतलब जिहड़ी रडार कैप्चर नहीं कर सकती, स्टेल्थ टेक्नोलॉजी नाल लैस है। ठीक है, तो स्टेल्थ फ्रिगेट है। तो दिस इज स्टेल्थ फ्रिगेट, 8th एडिशन है जाइमैक्स दा। ठीक है, जापान एंड इंडिया के विचकार नेवल एक्सरसाइज है। ठीक है, इस बार जापान च हो रही है। उस तो बाद याद रखना है, इंडिया के वलों जिहड़ी अपनी शिप है आईएनएस शिवालिक, इन्हें पार्टिसिपेट किया इहदे विच। आईएनएस शिवालिक पूछ लें तो बच्चों स्टेल्थ फ्रिगेट है, एक वॉरशिप होंदी है स्टेल्थ टेक्नोलॉजी नाल लैस। ठीक है, मिसाइल छड़ सकती है। ठीक है, तो याद रखनी है। डन। चलो अगला करंट अफेयर देखो बच्चों, वाइस प्रेसिडेंट सोलो शिलिमा एंड 9 others were killed in a plane crash। देखो हुने हुने दो देशों के ना ਜਿਹੜੇ ਮੇਨ ਹੈਡ ਹੈ, ਉਹਨਾਂ ਦੀ ਐਕਸੀਡੈਂਟ 'ਚ ਡੈਥ ਹੋ ਗਈ। ਇੱਕ ਤਾਂ ਈਰਾਨ ਦੇ, ਠੀਕ ਹੈ, ਇੱਕ ਆ ਕੰਟਰੀ ਦੇ। ਠੀਕ ਹੈ, ਤੇ ਕਹਿੰਦੇ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ, ਇਹਦੇ ਵਿੱਚ ਨਾਲ ਇਹਨਾਂ ਦੇ ਹੋਰ 9 ਲੋਕ ਸੀਗੇ। ਠੀਕ ਹੈ, ਜਿੰਨੇ ਵੀ ਮੇਨ ਮੇਨ ਦਾ ਮੰਤਰੀ ਸੀ, ਉਹਨਾਂ ਦੀ ਮ੍ਰਿਤੂ ਹੋ ਗਈ। ਤੇ ਬੱਚੋ ਕਿਹੜਾ ਕੰਟਰੀ ਹੈ? ਹਾਂਜੀ, ਮਾਲਵੀ। ਠੀਕ ਹੈ, ਮਲਾਵੀ ਕੰਟਰੀ ਹੈ ਅਫਰੀਕਾ ਦੇ ਵਿੱਚ। ਤਾਂ ਮਲਾਵੀ ਦੇਸ਼ ਹੈ, ਦੇਖੋ ਆ ਰਿਹਾ ਮਲਾਵੀ, ਛੋਟਾ ਜਿਹਾ ਦੇਸ਼ ਹੈ। ਠੀਕ ਹੈ, ਮਲਾਵੀ। ਤਾਂ ਮਲਾਵੀ ਦੇ ਪ੍ਰੈਜ਼ੀਡੈਂਟ ਸੀਗੇ ਸੋਲੋਸ ਸ਼ਿਲਿਮਾ, ਜਿਨ੍ਹਾਂ ਦੀ ਪਲੇਨ ਐਕਸੀਡੈਂਟ 'ਚ ਡੈਥ ਹੋ ਗਈ। ਠੀਕ ਹੈ, ਤਾਂ ਮਲਾਵੀ ਦੇ ਬਾਰੇ ਇਹ ਚੀਜ਼ ਯਾਦ ਰੱਖਣੀ ਹੈ ਕਿ ਮਲਾਵੀ ਨਾਲ ਦੇਖੋ ਬੱਚੋ, ਆ ਦੋ ਕੰਟਰੀਆਂ ਦੇ ਮੇਜਰ ਬਾਰਡਰ ਲੱਗਦੇ ਪਏ ਆ। ਠੀਕ ਹੈ, ਆ ਲੇਕ ਹੈ, ਆ ਦੋ ਕੰਟਰੀਆਂ ਦੇ। ਠੀਕ ਹੈ, ਤੰਜ਼ਾਨੀਆ ਤੇ ਮੋਜ਼ਾਮਬਿਕ। ਠੀਕ ਹੈ, ਇਹ ਬਾਰਡਰ ਲੱਗਦੇ ਆ ਤੰਜ਼ਾਨੀਆ ਤੇ ਮੋਜ਼ਾਮਬਿਕ ਦੇ। ਉਸ ਤੋਂ ਬਾਅਦ ਆ ਯਾਦ ਰੱਖਣਾ। ਠੀਕ ਹੈ, ਇਹਨਾਂ ਦੀ ਜਿਹੜੀ ਮ੍ਰਿਤੂ ਹੋਈ ਹੈ ਇੰਪੋਰਟੈਂਟ ਹੈ। ਉਸ ਤੋਂ ਬਾਅਦ ਬੱਚੋ ਮੋਟੋ ਜੀਪੀ ਇਵੈਂਟ ਹੋ ਰਿਹਾ ਜਿਹੜਾ, ਮੋਟੋ ਜੀਪੀ ਇੰਡੀਆ ਬੁੱਧ ਸਰਕਿਟ 'ਚ ਹੋ ਰਿਹਾ ਗ੍ਰੇਟਰ ਨੋਇਡਾ। ਇਹ ਕਦੋਂ ਤੋਂ ਕਦੋਂ ਤੱਕ ਹੋਏਗਾ? ਪਹਿਲੀ ਗੱਲ, ਬੁੱਧ ਸਰਕਿਟ ਪਤਾ ਗ੍ਰੇਟਰ ਨੋਇਡਾ ਦਾ? ਠੀਕ ਹੈ, ਗ੍ਰੇਟਰ ਨੋਇਡਾ 'ਚ ਆਪਾਂ ਸਰਕਿਟ ਬਣਾਇਆ ਸੀ, ਬੁੱਧ ਸਰਕਿਟ ਰੇਸਿੰਗ ਕਰਵਾਉਣ ਦੇ ਲਈ। ਪਹਿਲਾਂ ਤਾਂ ਕਾਰਾਂ ਦੀ ਰੇਸਿੰਗ ਇੱਕ ਵਾਰ ਕਰਵਾਈ ਸੀ, ਉਸ ਤੋਂ ਬਾਅਦ ਮੋਟਰਸਾਈਕਲਾਂ ਦੀ ਰੇਸਿੰਗ ਹੀ ਹੋ ਰਹੀ ਹੈ ਇਸ 'ਚ। ਠੀਕ ਹੈ, ਤਾਂ ਇਸ ਵਾਰ ਮੋਟੋ ਜੀਪੀ ਸਟਾਰਟ ਹੋ ਰਿਹਾ। ਕਿੰਦੋਂ ਤੋਂ ਲੈ ਕੇ ਕਿੰਨੇ ਟਾਈਮ ਤੱਕ ਇੱਥੇ ਮੋਟੋ ਜੀਪੀ ਚੱਲੇਗਾ ਇਵੈਂਟ? ਹਾਂਜੀ, ਐਨੀਵਨ ਕੋਈ ਆਈਡੀਆ ਬੱਚੋ? 25 ਤੋਂ ਲੈ ਕੇ 27? नहीं बच्चों, 29। ठीक है, तो 25 तो लेके 29 तक चलेगा, 2004 साल का इवेंट है। ठीक है,
2025 ਤੋਂ ਲੈ ਕੇ 2029 ਤੱਕ ਹੋਈ ਸੀ, ਇੱਕ ਵਾਰੀ ਹੋਈ ਸੀ ਬਸ, ਉਸ ਤੋਂ ਬਾਅਦ ਨਹੀਂ ਹੋਈ। ਠੀਕ ਹੈ, ਇੱਕ ਵਾਰੀ ਹੋਈ ਸੀ। ਕਲੀਅਰ। ਬੁੱਧ ਸਰਕਿਟ ਕਿੱਥੇ ਹੈ? ਨੋਇਡਾ ਚ, ਇਹ ਵੀ ਯਾਦ ਰੱਖਣਾ, ਗੌਤਮ ਬੁੱਧ ਸਰਕਿਟ। ਬੈਸਟ ਕੰਡਕਟ ਆਫ ਬਿਜ਼ਨਸ ਰੈਗੂਲੇਟਰ ਅਵਾਰਡ ਕਿਹਨੂੰ ਮਿਲਿਆ? ਸੇਬੀ। ਠੀਕ ਹੈ, ਤਾਂ ਇੰਪੋਰਟੈਂਟ ਹੈ, ਯਾਦ ਰੱਖਣਾ ਹੈ। ਤਾਂ ਬੈਸਟ ਕੰਡਕਟ ਆਫ ਬਿਜ਼ਨਸ ਰੈਗੂਲੇਟਰ, ਰੈਗੂਲੇਟਰ ਕਹਿੰਦਾ ਫਿਰ ਸੇਬੀ। ਰੈਗੂਲੇਟਰ ਕਿਉਂ ਕਿਹਾ ਜਾਂਦਾ? ਕਿਹਨੂੰ ਰੈਗੂਲੇਟ ਕਰਦਾ ਸੇਬੀ? ਸਟਾਕ ਮਾਰਕੀਟ ਨੂੰ ਰੈਗੂਲੇਟ ਕਰਦਾ ਹੈ ਨਾ। ਸੇਬੀ ਕਦੋਂ ਬਣਿਆ ਸੀਗਾ? 1988, 1988 ਚ ਸੇਬੀ ਬਣਿਆ ਸੀਗਾ। ਇਹਨੂੰ ਐਕਟ ਕਦੋਂ ਆਇਆ ਸੀ ਸੇਬੀ ਐਕਟ? 1992 ਦੇ ਵਿੱਚ। ਠੀਕ ਹੈ, ਇਹਨੂੰ ਲੀਗਲ ਸਟੇਟਸ ਮਿਲ ਗਿਆ ਸੀਗਾ। ਤਾਂ ਯਾਦ ਰੱਖਣਾ ਹੈ ਇਹਦੇ ਬਾਰੇ ਇੰਨਾ ਕੁਝ। ਠੀਕ ਹੈ, ਸੇਬੀ ਬਾਰੇ। ਸੇਬੀ ਦੀ ਫੁੱਲ ਫਾਰਮ ਕੀ ਹੈ? ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਠੀਕ ਹੈ, ਸੇਬੀ ਬਾਰੇ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ। ਲਿਖਿਆ ਹੋਇਆ ਬੱਚੋ। ਠੀਕ ਹੈ, ਤਾਂ ਸੇਬੀ ਨੂੰ ਮਿਲਿਆ ਇਹ ਅਵਾਰਡ। ਤਾਂ ਸੇਬੀ ਬਾਰੇ ਆ ਚੀਜ਼ ਯਾਦ ਰੱਖਣੀ ਜ਼ਿਆਦਾ ਇੰਪੋਰਟੈਂਟ ਹੈ। 1988 ਦੇ ਵਿੱਚ ਇਹ ਐਸਟੈਬਲਿਸ਼ ਹੁੰਦਾ ਹੈ। 1992 ਵਿੱਚ ਇਹਨੂੰ ਸਟੈਚੂਟਰੀ ਸਟੇਟਸ ਮਿਲਦਾ ਹੈ। ਮਤਲਬ ਇਹ ਦਿਸ ਇਜ਼ ਨਾਟ ਅ ਕਨਸਟੀਟਿਊਸ਼ਨਲ ਬੋਡੀ, ਇਟ ਇਜ਼ ਅ ਸਟੈਚੂਟਰੀ ਬੋਡੀ। ਠੀਕ ਹੈ, ਸੰਵਿਧਾਨ ਦੁਆਰਾ ਨਹੀਂ ਬਣਾਇਆ ਗਿਆ, ਇਹਨੂੰ ਕਾਨੂੰਨ ਦੁਆਰਾ ਬਣਾਇਆ ਗਿਆ, ਸੇਬੀ ਐਕਟ ਦੁਆਰਾ। ਠੀਕ ਹੈ, ਉਸ ਤੋਂ ਬਾਅਦ ਯਾਦ ਰੱਖਣਾ ਹੈੱਡਕੁਆਰਟਰ ਮੁੰਬਈ ਚ ਹੈ। ਪ੍ਰੈਜ਼ੀਡੈਂਟ ਯਾਦ ਰੱਖਣੇ ਹੈ ਮਾਧਵੀ ਪੁਰੀ ਬੁਚ। ਠੀਕ ਹੈ, ਐਮਪੀ ਬੁਚ ਕਹਿ ਦਿੰਦੇ ਆ, ਮਾਧਵੀ ਪੁਰੀ ਬੁਚ। ਡਨ। इंडिया दे आर्मी चीफ कौन बने बच्चों? ये तो पता ही होगा, बहुत बार आ गया। उपेंद्र त्रिवेदी, है ना, द्विवेदी, उपेंद्र द्विवेदी बने हैं। ठीक है, तो इंडिया के जो न्यू आर्मी चीफ बने हैं तो उपेंद्र द्विवेदी बने। उपेंद्र द्विवेदी है तुहाडे। तो देखो आर्मी के हैड कौन बने हैं, नेवी के एडमायरल कौन बने हैं, तो एयर मार्शल कौन। आ 3 परसन याद रखने होंगे। ठीक है, तो एक CDS याद रखने होंगे। एक तुसी चीज अपने है ना, आ चीज़ां थोड़ी जी याद रखनी है। तो इस टाइम याद रखना उपेंद्र द्विवेदी तुहाडे आर्मी चीफ बने हैं। ठीक है, आर्मी के हैड। तो ये इंपॉर्टेंट है। इंडियन आर्मी बारे में थोड़ा जिहा एड ऑन किया कि इंडियन आर्मी कदों बनी सी फर्स्ट टाइम? 1 अप्रैल 1895। ठीक है, थोड़ा हिस्टोरिकल इवेंट है, कई बारी अटैच करके पूछ लेंगे आ। ਜਿਹੜੀ ਇੰਡੀਆ ਦੀ ਆਪਣੀ ਆਰਮੀ ਸੀ, ਜਿਹੜਾ ਪਹਿਲਾ ਆਰਮੀ ਚੀਫ ਆਪਾਂ ਨੂੰ ਆਜ਼ਾਦੀ ਤੋਂ ਬਾਅਦ ਮਿਲਿਆ 1949 ਚ ਮਿਲਿਆ ਫਸਟ। ਠੀਕ ਹੈ, ਫਸਟ ਟਾਈਮ ਆਪਣੇ ਆਰਮੀ ਚੀਫ ਬਣੇ ਸੀ। ਕੌਣ ਬਣੇ ਸੀ? ਯਾਦ ਰੱਖਣਾ ਹੈ ਫੀਲਡ ਮਾਰਸ਼ਲ KM ਕਰੀਅੱਪਾ। ਠੀਕ ਹੈ, ਫਸਟ ਇੰਡੀਅਨ ਜਿਹੜੇ ਚੀਫ ਸੀਗੇ ਨਾ, ਤਾਂ ਯਾਦ ਰੱਖਣਾ ਹੈ ਫੀਲਡ ਮਾਰਸ਼ਲ KM ਕਰੀਅੱਪਾ, ਇਹਨਾਂ ਦਾ ਨਾਮ ਯਾਦ ਰੱਖਣਾ ਹੈ, KM ਕਰੀਅੱਪਾ। फर्स्ट एवर इंडियन वुमेन टू विन, ठीक हो गया, चेंज क्यों नहीं हो रहा? फर्स्ट एवर इंडियन टू विन ए UFC अल्टीमेट फाइटिंग चैंपियनशिप। USA दी है UFC। लड़ाई करनी होंगी है, टाइकवांडो का ते बॉक्सिंग का मिक्सचर होंदा है। ठीक है, रूल्स दे मिक्सअप जे होंगे है टाइकवांडो ते बॉक्सिंग वाले। ठीक है, तो अल्टीमेट जी चैंपियनशिप है, फाइटिंग चैंपियनशिप, ये फर्स्ट टाइम कौन जिते है, कि इंडियन जिते है? हाँ जी, पूजा तोमार। ठीक है, तो पूजा तोमार जिते हैं। ठीक है, याद रखना है फर्स्ट एवर इंडियन टू विन। ठीक है ना, पूजा तोमार इंपॉर्टेंट है। इन्होंने ब्राजील की रेन अमेंडा नु हराया। ठीक है, ये याद रखना है। पहला ब्राजील ही याद रख लो, परसन का नाम नहीं भी याद रहता, डजेंट मैटर। ठीक है, बस फर्स्ट एवर परसन है, करके आप याद करी जाने, नहीं तो इन्ना इंपॉर्टेंट नहीं होता सी। हाँ इंपॉर्टेंट है बच्चों, 2025। हाँ जी, स्क्रीन उड़ गई। 10 मिनट बाद ना वो करना पैंदा, पूरे 10 मिनट का टाइम मिलता अपन। लो 2025 का FIH हॉकी मेंस जूनियर वर्ल्ड कप केड़ी कंट्री होस्ट करूगी? हाँ जी, श्रीलंका। बच्चों इंडिया करूगा। ठीक है, इंडिया विल होस्ट, इंडिया इज द होस्ट ऑफ 2025। ठीक है, इंटरनेशनल हॉकी फेडरेशन है, फेडरेशन ऑफ इंटरनेशनल हॉकी। ठीक है, तो इनके प्रेसिडेंट का नाम याद रखना, बहुत इंपॉर्टेंट है, तयाब इकराम। ठीक है, तो तयाब इकराम
ਇਹਦੇ ਪ੍ਰੈਜ਼ੀਡੈਂਟ ਹੈ FIH ਦੇ। ਆਪਣੇ ਇੰਡੀਆ ਦੇ ਹਾਕੀ ਦੇ ਪ੍ਰੈਜ਼ੀਡੈਂਟ ਕੌਣ ਹੈ? ਹੁਣੇ ਆਪਾਂ ਪਹਿਲਾਂ ਵੀ ਕਰੰਟ ਅਫੇਅਰ ਚ ਪੜ੍ਹ ਕੇ ਹਟੇ ਆ, ਦਲੀਪ ਤਿਰਕੀ। ਠੀਕ ਹੈ, ਦਲੀਪ ਤਿਰਕੀ ਇੰਡੀਆ ਦੇ ਹੈਡ ਹੈ। चलिए आगे बच्चों, चलो नेक्स्ट करंट अफेयर है PM श्री टूरिज्म एयर सर्विस। ठीक है, केड़े चीफ मिनिस्टर ने इनॉग्रेट की है इंट्रा स्टेट एयर सर्विस? ठीक है, दसो बच्चों। हाँ जी, मध्य प्रदेश। हाँ जी, मध्य प्रदेश है, शाबाश। ठीक है, तो मध्य प्रदेश ने आ स्टार्ट किया है इंट्रा स्टेट एयर सर्विस, एयर टैक्सी सर्विस शुरू की है टूरिज्म ਨੂੰ प्रमोट कराने ਦੇ ਲਈ। ठीक है, तो मध्य प्रदेश की गल याद रखना है, कैपिटल याद रखनी है मध्य प्रदेश की भोपाल है। ठीक है, गवर्नर याद रखने हैं मंगू भाई सी पटेल। ठीक है, उस तो बाद चीफ मिनिस्टर याद रखने हैं मोहन यादव। ठीक है, प्रिंसिपल सेक्रेटरी ऑफ द प्राइम मिनिस्टर PK मिश्रा। हाँ, प्रमोद कुमार मिश्रा। ठीक है, तो ये अपने प्रिंसिपल सैकरेटरी है प्राइम मिनिस्टर के, बहुत लंबे अरसे तो आही है। ठीक है, प्रिंसिपल सैकरेटरी टू प्राइम मिनिस्टर का नाम याद रखना, सब बहुत वड्डी पोस्ट होंगी है, सीधा प्रधानमंत्री के नाल रहना है। ठीक है, PK मिश्रा। डन। IAS ऑफिसर है। देखो IAS बन के बंदा की कुछ बनता है। ठीक है, DC तो एक बहुत छोटी चीज होंगी है, DC तो जिले लेवल तक बहुत छोटी चीज होंगी है, जो तुम कैबिनेट सैकरेटरी बनते हो वो होंगी है पोजीशन का। ठीक है ना, उस तो बाद बच्चों वर्ल्ड ब्लड डोनर डे 2024 कदों मनाया जाता है? वर्ल्ड ब्लड डोनर डे। बच्चों ब्लड च केड़े केड़े कंपोनेंट होंगे? आ की करी जाने तुसी? ब्लड च की कुछ होंगे? ब्लड च दो चीजा होंगे बच्चों, एक तो होंगे सैल्स, एक होंगे प्लाज्मा। है ना, सैल्स किन्ने तरह के होंगे? RBCs, WBC, प्लेटलेट्स। ठीक है, RBC ਨੂੰ ਕੀ ਕਹਿੰਦੇ ਆ? एरिथ्रोसाइट्स। ठीक है, WBC ਨੂੰ ਕੀ ਕਹਿੰਦੇ ਆ? ल्यूकोसाइट्स। है ना, प्लेटलेट्स ਨੂੰ ਕੀ ਕਹਿੰਦੇ ਆ? थ्रोम्बोसाइट्स। ठीक है ना, वो ब्लड प्लाज्मा है ਤੁਹਾਡਾ। ਤਾਂ ब्लड ਦੇ ਕੰਪੋਨੈਂਟਸ ਹੈ, याद रखना कितना ब्लड ਹੁੰਦਾ ਹਿਊਮਨ ਬੋਡੀ ਦੇ ਅੰਦਰ? 4 ਤੋਂ 6 ਲੀਟਰ ਦੇ ਵਿੱਚ ਹੁੰਦਾ, 4 to 6 ਲੀਟਰ ਦੇ ਵਿੱਚ ਇੱਕ ਨਾਰਮਲ ਹਿਊਮਨ ਬੋਡੀ ਦੇ ਵਿੱਚ ਬਲੱਡ ਹੁੰਦਾ। ਠੀਕ ਹੈ, ਤਾਂ ਸਰਕੂਲੇਟਰੀ ਸਿਸਟਮ ਜਿਹੜਾ ਸੀਗਾ ਹਨਾ, ਇਹਦੇ ਫਾਦਰ ਕਿਹਨੂੰ ਕਿਹਾ ਜਾਂਦਾ ਹੈ? ਹਾਂਜੀ, ਵਿਲੀਅਮ ਹਾਰਵੇ। ਠੀਕ ਹੈ, ਥੋੜੀ ਜਿਹੀ ਚੀਜ਼ਾਂ ਯਾਦ ਰੱਖਿਆ ਕਰੋ ਸਰਕੂਲੇਟਰੀ ਸਿਸਟਮ ਦੇ। ਸਟੈਟਿਕ ਜੀਕੇ ਹੈ, ਥੋੜੀ ਜਿਹੀ ਨਾਲ ਦੀ ਨਾਲ ਯਾਦ ਹੋਣੀ ਚਾਹੀਦੀ ਹੈ। अब वर्ल्ड ब्लड डोनर डे याद रखना बच्चों 14 जून। ठीक है, आप इन्हें मनाने हैं, क्लियर है। थीम याद रखनी है 20 ईयर्स ऑफ सेलिब्रेटिंग गिविंग थैंक यू ब्लड। थैंक यू ब्लड याद रख लो, बाकी सारी अपने आप याद आ जाएगी। ठीक है, डन। चलो थैंक यू ब्लड याद रखना, आप बहुत इंपॉर्टेंट है बच्चों। नेशनल सिक्योरिटी एडवाइजर फॉर थर्ड कंसेक्यूटिव टर्म कौन बने हैं? पता केड़ी स्टेट तो बिलोंग करते हैं? ये इंपॉर्टेंट क्वेश्चन है। अजीत डोवाल कित्थों बिलोंग करते हैं? उत्तराखंड। ठीक है, उत्तराखंड तो है बच्चों अजीत डोवाल। ठीक है, NSA है, नेशनल सिक्योरिटी एडवाइजर। IPS ऑफिसर सी ना, ਹੁਣ ਤੁਹਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਬਹੁਤ ਜ਼ਬਰਦਸਤ ਪਰਸਨ ਹੈ। नेक्स्ट है बच्चों वर्ल्ड जूनियर गर्ल्स चेस चैंपियनशिप 2024 कौन जितया? Who has won the world junior girls chess championship in 2024? हाँ जी, कोनेरू हम्पी। हाँ जी,
बच्चों दिव्या देशमुख, ठीक है। दिव्या देशमुख जिते है वर्ल्ड जूनियर गर्ल्स चैंपियनशिप, ठीक है। गांधीनगर च हुई है, गुजरात च गिफ्ट सिटी विच हुई। किथे ये याद रखना है, जितया कौन है ये याद रखना है। चेस ते क्वेश्चन आऊगा इस बार पेपर च, चेस के क्वेश्चन याद करके जाओ। चलिए बच्चों आगे, नेक्स्ट क्वेश्चन है बच्चों, स्कीम का नाम याद रखना है, मुख्यमंत्री निजुत मोइना, ठीक है। मुख्यमंत्री निजुत मोइना स्कीम है, ये केड़ी स्टेट ने मतलब रोल आउट की है यह स्कीम, एजुकेशन ऑफ गर्ल चाइल्ड ते उन्हां दी चाइल्ड मैरिज नु रोकण दे लई। हाँ जी, असम, ठीक है। असम ने यह स्कीम चलाई है, ठीक है। इंपॉर्टेंट है करंट अफेयर, तो याद रखना है, ठीक है। तो असम स्टेट की यह स्कीम है, इंपॉर्टेंट है। बच्चों आ क्वेश्चन बहुत इंपॉर्टेंट है, ਵੈਰੀ ਵੈਰੀ ਇੰਪੋਰਟੈਂਟ। ਜਿਵੇਂ ਆਪਾਂ 2023 ਨੂੰ ਇੰਟਰਨੈਸ਼ਨਲ ਈਅਰ ਆਫ ਮਿਲਟਸ ਡਿਕਲੇਅਰ ਕੀਤਾ ਸੀ ਨਾ ਯੂਨਾਈਟਿਡ ਨੇਸ਼ਨਸ ਨੇ, ਉਵੇਂ ਹੀ 2025 ਨੂੰ ਯੂਨਾਈਟਿਡ ਨੇਸ਼ਨਸ ਨੇ ਇੰਟਰਨੈਸ਼ਨਲ ਈਅਰ ਆਫ ਕੀ ਡਿਕਲੇਅਰ ਕੀਤਾ, ਕੁਆਂਟਮ ਸਾਇੰਸ ਐਂਡ ਟੈਕਨੋਲੋਜੀ, ਠੀਕ ਹੈ। ਤੇ ਕੁਆਂਟਮ ਸਾਇੰਸ ਐਂਡ ਟੈਕਨੋਲੋਜੀ, ਵਟ ਇਜ਼ ਕੁਆਂਟਮ ਸਾਇੰਸ, ਕੁਆਂਟਮ ਮਕੈਨਿਕਸ ਕਿਹਨੂੰ ਕਹਿੰਦੇ ਆ ਬੱਚੋ, ਵਟ ਇਜ਼ ਕੁਆਂਟਮ ਮਕੈਨਿਕਸ? ਹਾਂ, ਸਟੱਡਿੰਗ ਦਾ ਬਿਹੇਵੀਅਰ ਆਫ ਸਬ ਐਟੋਮਿਕ ਪਾਰਟੀਕਲਸ। ਦੇਖੋ ਜਦੋਂ ਪਾਰਟੀਕਲਸ ਨੂੰ ਆਪਾਂ ਐਟਮ ਤੋਂ ਉੱਪਰ ਦੇਖਦੇ ਆ ਤਾਂ ਉਹਦੇ ਤੇ ਫਿਜ਼ਿਕਸ ਦੇ ਲਾਅ ਲੱਗਦੇ ਆ, ਕਲਾਸੀਕਲ ਲਾਅਸ ਫਿਜ਼ਿਕਸ ਦੇ ਅਪਲਾਈ ਹੁੰਦੇ ਆ। ਬਟ ਕਹਿੰਦੇ ਜਦੋਂ ਪਾਰਟੀਕਲਸ ਦਾ ਸਾਈਜ਼ ਬਹੁਤ ਛੋਟਾ ਕਰਕੇ ਦੇਖੀਏ ਨਾ ਆਪਾਂ, ਸਬ ਐਟੋਮਿਕ ਕਰ ਦਈਏ, ਤਾਂ ਉਹਦੇ ਫਿਜ਼ਿਕਸ ਦੇ ਲਾਅ ਅਪਲਾਈ ਨਹੀਂ ਹੁੰਦੇ, ਕਲਾਸੀਕਲ ਲਾਅ, ਠੀਕ ਹੈ। ਬਿਕੋਜ਼ ਉਹਦਾ ਬਿਹੇਵੀਅਰ ਕੰਟੀਨਿਊਸਲੀ ਚੇਂਜ ਹੁੰਦਾ ਰਹਿੰਦਾ, ਉਹਨਾਂ ਦੀ ਸਟੱਡੀ ਨੂੰ ਕੁਆਂਟਮ ਸਾਇੰਸ ਕਹਿੰਦੇ ਆ, ਠੀਕ ਹੈ। ਤਾਂ ਕੁਆਂਟਮ ਸਾਇੰਸ ਐਂਡ ਟੈਕਨੋਲੋਜੀ, ਅਗਲਾ ਜ਼ਮਾਨਾ ਕੁਆਂਟਮ ਸਾਇੰਸ ਦਾ ਹੈ। ਜਿਵੇਂ ਹੁਣ AI ਚੱਲੀ ਜਾਂਦਾ, ਹੁਣ ਇਸ ਟਾਈਮ ਕੁਆਂਟਮ ਸਾਇੰਸ ਚੱਲੂਗਾ, ਠੀਕ ਹੈ। ग्लोबल इकोनॉमिक प्रोस्पेक्ट रिपोर्ट किंदी हुंदी है, बहुत इंपॉर्टेंट है। ग्लोबल इकोनॉमिक प्रोस्पेक्ट रिपोर्ट कौन इशू करता है, केड़ी संस्था इशू करती है? हाँ जी, ग्लोबल इकोनॉमिक प्रोस्पेक्ट रिपोर्ट बच्चों वर्ल्ड बैंक, ठीक है। तो वर्ल्ड बैंक ये रिपोर्ट इशू करता है जिंदे कंट्रियां दी ग्रोथ बारे दसदा है, ठीक है। उन्हां बारे दसदा है, इकोनॉमिक प्रोस्पेक्ट मतलब इकोनॉमिक ग्रोथ वगैरह बारे गल की जाती है, ठीक है। हाँ, बहुत इंपॉर्टेंट है वर्ल्ड बैंक दी रिपोर्ट, ठीक है। एक गल याद रखनी है, वर्ल्ड बैंक के हैडक्वार्टर कितने है? किन्नी बार, हाँ किन्नी बार करवाए हुए हैं? वाशिंगटन डीसी, है ना। कदों बनया सी वर्ल्ड बैंक? 1940 सी कॉन्फ्रेंस च, ब्रेटन वुड कॉन्फ्रेंस। नाल की बनया सी इंदे? IMF, इंटरनेशनल मॉनेटरी फंड। देखो एक बच्चे ਨੂੰ याद है, बाकी सारे बैठे हैं। आज तो डाटा है, डाटा डूटा नहीं आप याद करना की क्या की नहीं क्या, ठीक है। बस आपको पता होना चाहिए रिपोर्ट की है। नेक्स्ट है बच्चों इंटरनेशनल टूरिज्म फेयर टू प्रमोट टूरिज्म सस्टेनेबल डेवलपमेंट एंड कल्चरल एक्सचेंज, कितने हो रहा है, केड़ी कंट्री कर रही इंटरनेशनल टूरिज्म फेयर? मेला लग्या होया अपने देश दे विच टूरिज्म ਨੂੰ बढ़ावा देने ਦੇ ਲਈ, इंटरनेशनल टूरिज्म फेयर। ਹਾਲ ਹੀ ਦੇ ਵਿੱਚ ਨਾ ਵਰਲਡ ਇਕਨੋਮਿਕ ਫੋਰਮ ਨੇ ਟੂਰਿਜ਼ਮ ਦੀ ਰਿਪੋਰਟ ਕੱਢੀ ਸੀ, ਪੜਿਆ ਸੀਗਾ ਹਨਾ। ਇਹ ਤਾਂ ਕਰਕੇ ਬਣਾਇਆ ਇਹਨਾਂ ਨੇ, ਫਿਰ ਇਸ ਕਰਕੇ ਕੰਟਰੀ ਨੇ ਮੇਲਾ ਲਾਇਆ ਹੈ। ਕਿਹੜੀ ਕੰਟਰੀ ਹੈ? ਨੇਪਾਲ, ਠੀਕ ਹੈ। ਨੇਪਾਲ ਨੇ ਲਗਾਇਆ ਬੱਚੋ ਮੇਲਾ, ਇੰਪੋਰਟੈਂਟ ਹੈ। ਕਾਠਮਾਂਡੂ ਚ ਹੋ ਰਿਹਾ ਨੇਪਾਲ ਦੇ ਵਿੱਚ, ਠੀਕ ਹੈ। ਤਾਂ ਇੰਟਰਨੈਸ਼ਨਲ ਟੂਰਿਜ਼ਮ ਫੇਅਰ ਹੋ ਰਿਹਾ, ਬਸ ਇੰਨਾ ਕੀ ਯਾਦ ਰੱਖਣਾ, क्लियर है। नेक्स्ट बच्चों इंदिरा गांधी सेंटर ऑफ आर्ट्स हैज साइंड एन MOU with which of the following to make Indian art and culture more accessible to people? इंडियन आर्ट एंड कल्चर ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਿੰਦੇ ਨਾਲ ਇੱਕ MOU मतलब ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਠੀਕ ਹੈ, ਉਹ ਸਾਈਨ ਕੀਤਾ ਬੱਚੋ। ਦੱਸੋ ਜਿਹੜਾ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਆਫ ਆਰਟਸ ਹੈ, ਠੀਕ ਹੈ, ਜਿੱਥੇ ਕਲਾ ਪ੍ਰਸਤੁਤ ਕੀਤੀ ਜਾਂਦੀ ਹੈ, ਕਹਿੰਦੇ ਹੁਣ ਇਹ ਆਮ ਲੋਕਾਂ ਤੱਕ ਪਹੁੰਚਾਈ ਜਾਵੇ। ਇਹਦੇ ਲਈ ਸੋਚੋ ਕਿੰਨਾ, दूरदर्शन या संसद टीवी होगा बच्चों, संसद टीवी है, ठीक है आंसर। तो संसद टीवी ਦੇ ਨਾਲ ਇਹਨਾਂ ਨੇ ਆ ਮੈਮੋਰੈਂਡਮ ਸਾਈਨ ਕੀਤਾ, ठीक है। याद रखना है।
ਪਹਿਲਾਂ ਲੋਕ ਸਭਾ ਰਾਜ ਸਭਾ ਟੀवी ਹੁੰਦੇ ਸੀ, ਹੁਣ ਸੰਸਦ ਟੀवी ਹੈ। ਠੀਕ ਹੈ, ਇਕੱਠਾ ਕਰਤਾ ਹੀ। ਤਾਂ ਸੰਸਦ ਟੀवी ਹੈ, ਇਹ ਯਾਦ ਰੱਖਣਾ ਹੈ। ਆ ਕਿੰਨੇ ਸਾਈਨ ਕੀਤੇ ਕਿੰਨੇ ਨਹੀਂ ਕੀਤੇ ਡਜ਼ਨਟ ਮੈਟਰ, ਠੀਕ ਹੈ, ਬਸ ਤੁਸੀਂ ਇਹ ਯਾਦ ਰੱਖਣਾ ਕਿੰਨੇ ਕਿਹਦੇ ਨਾਲ ਹੋਇਆ ਹੈ। ਇੰਡੀਆ ਆ ਬਹੁਤ ਇੰਪੋਰਟੈਂਟ ਰਿਪੋਰਟ ਹੈ, ਵੈਰੀ ਵੈਰੀ ਇੰਪੋਰਟੈਂਟ ਰਿਪੋर्ट। इंडिया slipped to dash place on the World Economic Forum Global Gender Gap Report। ਤਾਂ ਗਲੋਬਲ ਜੈਂਡਰ ਗੈਪ ਇੰਡੈਕਸ ਹੈ ਜਿਹੜਾ, ਉਹਦੇ ਵਿੱਚ ਇੰਡੀਆ ਦੀ ਕਿਹੜੀ ਰੈਂਕ ਹੈ ਇਸ ਵਾਰ? ਸਲਿੱਪ ਕਰ ਗਿਆ ਇੰਡੀਆ ਦੀ ਰੈਂਕ, ਮਤਲਬ ਪਿੱਛੇ ਹੋ ਗਿਆ ਇੰਡੀਆ। ਪਰ ਜੈਂਡਰ ਗੈਪ ਵਧੀ ਆਂਦਾ ਹੈ, ਠੀਕ ਹੈ, ਜੈਂਡਰ ਇਨਇਕੁਐਲਿਟੀ ਵਧੀ ਆਂਦੀ ਹੈ। ਇਹ ਰਿਪੋਰਟ ਆਪਾਂ ਨੂੰ ਦੱਸਦੀ ਹੈ ਇੰਡੀਆ ਵਿੱਚ ਕਿੰਨਵੀਂ ਰੈਂਕ ਹੋਗੀ ਇੰਡੀਆ ਦੀ? 126। ਚਲੋ ਲੈਟਸ ਸੀ ਬੱਚੋ, 129th ਹੈ ਆंसर, ठीक है। 129वीं रैंक होगी इंडिया दी, पिछे होगी इंडिया, ठीक है। हमेशा याद रखना है ਜਿਹੜੇ ਤੁਹਾਡੇ ਨਾਰਥਰਨ ਜਾਂ ਯੂਰੋਪੀਅਨ ਕੰਟਰੀਜ਼ ਆ, ਨਾਰਥ ਯੂਰੋਪੀਅਨ ਕੰਟਰੀਜ਼ ਉਹ ਟੌਪ ਕਰਦੇ ਇਹਦੇ ਵਿੱਚ, ਜਿਵੇਂ ਆਈਸਲੈਂਡ, ਫਿਨਲੈਂਡ, ਨਾਰਵੇ, ਠੀਕ ਹੈ, ਇਹ ਕੰਟਰੀਜ਼ ਟੌਪ ਕਰਦੇ। ਸਕੈਂਡੀਨੇਵੀਅਨ ਕੰਟਰੀਜ਼ ਹੈ, ਤੇ ਉਸ ਤੋਂ ਬਾਅਦ ਨਿਊਜ਼ੀਲੈਂਡ ਤੇ ਸਵੀਡਨ, ਆ ਸਾਰੇ ਟੌਪਰ ਹੁੰਦੇ। ਕਲੀਅਰ ਹੈ? ਨਿਊਜ਼ੀਲੈਂਡ ਦੇ ਪਾਰਲੀਮੈਂਟ ਚ ਤੁਹਾਨੂੰ ਬਹੁਤ ਸਾਰੀ ਵੂਮਨ ਪਾਰਲੀਮੈਂਟੇਰੀਅਨਸ ਦੇਖਣ ਨੂੰ ਮਿਲਣਗੀਆਂ, ਠੀਕ ਹੈ। ਤਾਂ ਆ ਇੰਪੋਰਟੈਂਟ ਕਰੰਟ ਅਫੇਅਰ ਹੈ ਇੰਡੀਆ ਦੇ ਲਈ ਬਹੁਤ। ਇਟ ਇਜ਼ ਅ ਕਾਜ਼ ਆਫ ਕੰਸਰਨ ਫॉर ਅਸ। ਇੱਕ ਰਸ਼ੀਆ ਲੈਡ ਇੱਕ ਬਲੌਕ ਹੈ CSTO, ਠੀਕ ਹੈ, ਜਿਹਨੂੰ ਕਹਿੰਦੇ ਕਲੈਕਟਿਵ ਸਿਕਿਉਰਿਟੀ ਟ੍ਰੀਟੀ ਆਰਗੇਨਾਈਜੇਸ਼ਨ। ਇਹਦੇ ਵਿੱਚੋਂ ਹੁਣੇ ਇੱਕ ਕੰਟਰੀ ਨੇ ਕਿਹਾ ਸੀ ਬਾਹਰ ਹੋਣਾ ਹੈ। ਕਿਉਂ ਬਾਹਰ ਹੋਣਾ ਹੈ? ਕਹਿੰਦੇ ਸਾਡੇ ਤੇ ਬਾਕੀ ਦੇਸ਼ਾਂ ਨੇ ਅਟੈਕ ਕਰਨ ਦਾ ਇੱਕ ਪਲਾਨ ਬਣਾਇਆ ਸੀ, ਠੀਕ ਹੈ। ਤਾਂ ਕਿਹੜਾ ਕੰਟਰੀ ਹੈ ਕਹਿੰਦੇ ਜਿਹੜਾ CSTO ਤੋਂ ਬਾਹਰ ਹੋਣ ਦੀ ਗੱਲ ਕਰਦਾ ਪਿਆ? ਬੱਚੋ CSTO ਕਿਉਂ ਬਣਿਆ ਸੀ? ਕਿਹਦੇ ਅਗੇਂਸਟ ਬਣਿਆ ਸੀ? ਨਾਟੋ ਦੇ। ਤਾਂ ਜਿਵੇਂ ਨਾਟੋ USA ਦਾ ਮਿਲੀਟਰੀ ਅਲਾਇੰਸ ਹੈ, ਉਵੇਂ ਹੀ CSTO ਇਹਨਾਂ ਦਾ, ਠੀਕ ਹੈ, ਸੈਂਟਰਲ ਏਸ਼ੀਅਨ ਰਿਪਬਲਿਕਸ ਦਾ ਤੇ ਰਸ਼ੀਆ ਦਾ। ਇਹਦੇ ਵਿੱਚ ਹੁਣ ਆ ਕੰਟਰੀ ਸੀਗੀ ਅਰਮੇਨੀਆ। ਤਾਂ ਅਰਮੇਨੀਆ ਕਹਿੰਦੀ ਮੈਂ ਬਾਹਰ ਹੋਣਾ ਹੈ ਬਿਕੋਜ਼ ਬਾਕੀ ਦੇਸ਼ ਪਲਾਨ ਕਰਦੇ ਪਏ ਆ ਅਜ਼ਰਬਾਈਜਾਨ ਨਾਲ ਮਿਲ ਕੇ ਮੇਰੇ ਤੇ ਅਟੈਕ ਕਰਾਂਗੇ, ਠੀਕ ਹੈ। ਤਾਂ CSTO ਇਹ ਯਾਦ ਰੱਖਣਾ ਹੈ, ਡਨ। ਤਾਂ CSTO ਬਣਿਆ ਕਦੋਂ ਸੀਗਾ? 1992 ਚ ਬਣਿਆ ਸੀਗਾ, ਠੀਕ ਹੈ। ਤਾਂ ਮਿਲੀਟਰੀ ਅਲਾਇੰਸ ਹੈ ਯੂਰਪ ਦਾ, ਠੀਕ ਹੈ, ਯੂਰੇਸ਼ੀਆ, ਯੂਰੋਪੀਅਨ ਪਲੱਸ ਏਸ਼ੀਅਨ ਕੰਟਰੀਜ਼ ਇਸ ਵਿੱਚ। ਸੈਂਟਰਲ ਏਸ਼ੀਅਨ ਰਿਪਬਲਿਕਸ, ਕਾਕੇਸ਼ੀਅਸ ਨੇਸ਼ਨਸ ਇਹਦੇ ਹਿੱਸੇਦਾਰ ਹੈ। ਸ਼ਰੂਤੀ ਵੋਰਾ ਕਹਿੰਦੇ ਇਹਨਾਂ ਨੇ ਰਿਮਾਰਕੇਬਲ ਅਚੀਵਮੈਂਟ ਹਾਸਲ ਕੀਤਾ ਇਸ ਵਾਰ, ਕਹਿੰਦੇ ਕਿਹੜੀ ਸਪੋਰਟਸ ਨਾਲ ਐਸੋਸੀਏਟਿਡ ਹੈ ਬੱਚੋ? ਦੱਸੋ, ਥੱਲੇ ਲਿਖਿਆ ਹੀ ਹੋਇਆ, ਠੀਕ ਹੈ। ਇਹ ਕਿਹਦੇ ਨਾਲ ਐਸੋਸੀਏਟਿਡ ਹੈ? ਇਕਵੈਸਟਰੀਅਨ, ਠੀਕ ਹੈ। ਇਕਵੈਸਟਰੀਅਨ ਕਿਹੜੀ ਸਪੋਰਟਸ ਹੁੰਦੀ ਹੈ? ਇਕਵੈਸਟਰੀਅਨ ਕਿਹੜੀ ਸਪੋਰਟਸ ਹੁੰਦੀ ਹੈ ਬੱਚੋ? ਹਾਂਜੀ, ਘੋੜਸਵਾਰੀ ਹੁੰਦੀ ਹੈ, ਘੋੜਸਵਾਰੀ, ਹੋਰਸ ਰਾਈਡਿੰਗ, ਠੀਕ ਹੈ। ਤਾਂ ਹੋਰਸ ਰਾਈਡਿੰਗ ਦਾ ਇੱਕ ਇਵੈਂਟ ਹੁੰਦਾ ਹੈ ਇਕਵੈਸਟਰੀਅਨ। ਉਹਨੂੰ ਉਹਦੇ ਵਿੱਚ ਸ਼ਰੂਤੀ ਵੋਰਾ ਕਹਿੰਦੇ ਇਸ ਵਾਰ ਇਹਨਾਂ ਨੇ ਹਿਸਟਰੀ ਰਚੀ ਹੈ, ਫਸਟ ਇੰਡੀਅਨ ਰਾਈਡਰ ਹੈ ਜਿਨ੍ਹਾਂ ਨੇ ਗ੍ਰੈਂਡ ਪ੍ਰਿਕਸ ਜਿੱਤਿਆ, ਠੀਕ ਹੈ। ਤਾਂ ਬਹੁਤ ਇੰਪੋਰਟੈਂਟ ਹੈ ਸ਼ਰੂਤੀ ਵੋਰਾ ਬਾਰੇ। ਤਾਂ ਤੁਹਾਨੂੰ ਸਿੱਧਾ ਕੁਐਸਚਨ ਇਹ ਆਉਂਦਾ ਸ਼ਰੂਤੀ ਵੋਰਾ ਹਾਲ ਹੀ ਦੇ ਵਿੱਚ ਖਬਰਾਂ ਸੀ ਕਿਹੜੀ ਗੇਮ ਨਾਲ ਐਸੋਸੀਏਟਡ ਹੈ, ਠੀਕ ਹੈ। ਤਾਂ ਆਈ ਗੇਮ ਥੋੜੀ ਨਵੀਂ ਜੀ ਹੈ, ਕਿਸੇ ਨੂੰ ਪਤਾ ਵੀ ਨਹੀਂ ਹੁੰਦੀ, ਤੇ ਇਸ ਕਰਕੇ ਇਹਦੇ ਬਾਰੇ ਪਤਾ ਹੋਣਾ ਚਾਹੀਦਾ। ਯੂਕਰੇਨ ਪੀਸ ਕਾਨਫਰੰਸ ਕਿਹੜਾ ਦੇਸ਼ ਕਰਾ ਰਿਹਾ? ਕਿੱਥੇ ਹੋ ਰਹੀ ਹੈ? स्विट्जरलैंड, ठीक है। तो यूक्रेन पीस कॉन्फ्रेंस स्विट्जरलैंड ਵਿੱਚ ਹੋ ਰਹੀ ਹੈ, ਠੀਕ ਹੈ। ਆਪਾਂ ਨੂੰ ਪਤਾ ਹੈ ਰਸ਼ੀਆ ਤੇ ਯੂਕਰੇਨ ਦੀ ਲੜਾਈ ਚੱਲਦੀ ਪਈ ਹੈ, ਤਾਂ ਉਹਨਾਂ ਵਿੱਚ ਸ਼ਾਂਤੀ ਸਮਝੌਤਾ ਕਰਵਾਉਣ ਦੇ ਲਈ स्विट्जरलैंड ਦੇ ਵਿੱਚ ਇਹ ਕਾਨਫਰੰਸ ਰੱਖੀ ਗਈ ਸੀ, ਠੀਕ ਹੈ। इंपॉर्टेंट है यूक्रेन ਦੀ ਪੀਸ ਕਾਨਫਰੰਸ, ਠੀਕ ਹੈ। ਤਾਂ स्विट्जरलैंड ਚ ਹੋ ਰਹੀ ਹੈ। ਇਹ ਕਰੰਟ ਅਫੇਅਰ ਛੱਡ ਦੋ। 40 ਇੰਡੀਅਨਸ ਮਾਰੇ ਗਏ ਸੀਗੇ, ਠੀਕ ਹੈ, ਹੁਣੇ 40-50 ਇੰਡੀਅਨਸ ਦੀ ਡੈਥ ਹੋ ਗਈ ਸੀ ਨਾ। ਕਿਉਂ ਹੋ ਗਈ ਸੀ? ਕਿਉਂਕਿ ਸ਼ਾਰਟ ਸਰਕਟ ਹੋ ਗਿਆ ਸੀ, ਇੱਕ ਬਿਲਡਿੰਗ ਦੇ ਵਿੱਚ ਅੱਗ ਲੱਗ ਗਈ ਸੀ। ਤਾਂ ਕਿਹੜੀ ਕੰਟਰੀ ਦੇ ਵਿੱਚ ਹੈ ਕਹਿੰਦੇ ਇਹ ਪੁੱਛਿਆ ਗਿਆ, ਬਾਲੇ ਰੋਲਾ ਜਿਹਾ ਚੱਲਿਆ ਸੀ ਉੱਥੇ, ਠੀਕ ਹੈ। ਕਿਹੜੀ ਕੰਟਰੀ ਵਿੱਚ ਹੈ ਬੱਚੋ? ਇਹ ਪਤਾ ਕਿੱਥੇ ਹੋਇਆ ਸੀ? ਹੁਣੇ ਇਵੈਂਟ ਹੋਇਆ ਸੀ, ਤਾਜ਼ਾ ਤਾਜ਼ਾ ਹੀ ਹੈ ਤਾਂ। ਹਾਂਜੀ, ਕਤਰ, ਕੁਵੈਤ ਵਿੱਚ, ਠੀਕ ਹੈ। ਤਾਂ ਬੱਚੋ ਦੇਖੋ ਸਹੀ ਹੈ, ਕੁਵੈਤ ਵਿੱਚ ਹੋਇਆ ਸੀ ਇਵੈਂਟ। ਇੱਕ ਸ਼ਾਰਟ ਸਰਕਟ ਹੋ ਗਿਆ ਸੀਗਾ ਜਿਹਦੇ ਕਰਕੇ ਇੱਕ ਬਿਲਡਿੰਗ ਚ ਅੱਗ ਲੱਗ ਗਈ ਸੀ। ਤਾਂ ਤੁਹਾਨੂੰ ਪਤਾ ਹੈ ਜਿਹੜੇ ਆਪਣੇ ਇੰਡੀਅਨ ਵਿਚਾਰੇ ਬਾਹਰ ਕੰਮ ਕਰਦੇ ਆ, ਉਹਨਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਵੀ ਤਾਂ ਆਪਣੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੀ ਹੁੰਦੀ ਹੈ ਨਾ। ਤਾਂ ਇਸ ਕਰਕੇ ਕਾਫੀ ਦਿੱਕਤ ਚੱਲੀ ਜਾਂਦੀ ਸੀ ਉੱਥੇ। ਤਾਂ ਕਿਹਾ ਗਿਆ ਸੀ ਵੀ ਉੱਥੇ ਪ੍ਰੋਟੈਕਟਿਵ ਲਾਅ ਲੈ ਕੇ ਆਏ ਜਾਣ, ਜਿਹੜੇ ਲੇਬਰ ਵਾਲੇ ਉਹਨਾਂ ਨੂੰ, ਲੇਬਰਸ ਨੂੰ, ਜਿਹੜੇ ਆਪਣੇ ਇੰਡੀਅਨ ਮੋਸਟਲੀ ਲੇਬਰ ਕਰਨ ਜਾਂਦੇ ਆ ਦੇਸ਼ਾਂ ਵਿੱਚ, ਉਹਨਾਂ ਨੂੰ ਨਾ ਮਤਲਬ ਪ੍ਰੋਪਰ ਰਾਈਟਸ ਜਾਂ ਸਿਕਿਉਰਿਟੀ ਜਾਂ ਇੰਸ਼ੋਰੈਂਸ ਚੀਜ਼ਾਂ ਨਹੀਂ ਮਿਲਦੀਆਂ।
ਤਾਂ ਕਹਿੰਦੇ ਉਹਨਾਂ ਦੇ ਲਾਜ਼ ਦੇ ਉੱਪਰ ਕੰਮ ਕੀਤਾ ਜਾਵੇ, ਤਾਂ ਕਰਕੇ ਨਿਊਜ਼ ਚੱਲੀ ਜਾਂਦਾ ਸੀ ਇਸ ਇਵੈਂਟ ਤੋਂ ਬਾਅਦ। ਹੁਣ ਲੋਕ ਭੁੱਲ ਗਏ, ਠੀਕ ਹੈ, ਨਵੀਂ ਖਬਰਾਂ ਆ ਗਈਆਂ। ਨੈਕਸਟ ਬੱਚੋ ਆ ਬਹੁਤ ਇੰਪੋਰਟੈਂਟ ਹੈ। ਇੰਟਰਨੈਸ਼ਨਲ ਐਸਟਰੋਨੋਮਿਕਲ ਯੂਨੀਅਨ ਨੇ ਹੁਣੇ ਇੱਕ ਕ੍ਰੇਟਰ ਮਤਲਬ ਖੱਡਾ, ਮਾਰਸ ਦੇ ਉੱਪਰ ਖੱਡਾ ਲੱਭਿਆ ਸੀਗਾ, ਉਹਦਾ ਨਾਮ ਨਾ ਕਿਸੇ ਵਿਅਕਤੀ ਦੇ ਉੱਪਰ ਦਿੱਤਾ। ਤਾਂ ਕਿਹੜੇ ਵਿਅਕਤੀ ਆ? ਆਹ ਦੇਖੋ ਫੋਟੋ ਵੀ ਲੱਗੀ ਹੋਈ ਹੈ, ਹੂ ਇਜ਼ ਹੀ, ਕਿਹੜੇ ਹੈ? ਦੇਖੋ ਅਟਲ ਬਿਹਾਰੀ ਵਾਜਪਾਈ ਤਾਂ ਮੈਨੂੰ ਲੱਗ ਨਹੀਂ ਰਹੇ, ਹਨਾ? ਕੌਣ? ਪ੍ਰੋਫੈਸਰ ਦਵਿੰਦਰ ਲਾਲ ਤੇ ਵਿਕਰਮ ਸਾਰਾ ਭਾਈ ਹੈ? ਇਹ ਵਿਕਰਮ ਸਾਰਾ ਭਾਈ ਹੈ? ਨਹੀਂ, ਉਹ ਜਾਂ ਫਿਰ ਜੈਨ ਬੱਚੋ ਆ ਵੀ ਬੋਲਤਾ, ਹਨਾ? ਪਰ ਦਵਿੰਦਰ ਲਾਲ ਹੈ, ਪ੍ਰੋਫੈਸਰ ਦਵਿੰਦਰ ਲਾਲ ਹੈ ਬੱਚੋ, ਜਿਨ੍ਹਾਂ ਦੇ ਨਾਮ ਤੇ ਆ ਕ੍ਰੇਟਰ ਦਾ ਰੱਖਿਆ ਗਿਆ, ਠੀਕ ਹੈ। ਪ੍ਰੋਫੈਸਰ ਦਵਿੰਦਰ ਲਾਲ ਹੈ, ਤਾਂ ਇੰਪੋਰਟੈਂਟ ਹੈ ਕਿ ਇਹਨਾਂ ਦੇ ਨਾਮ ਤੇ ਆ ਕ੍ਰੇਟਰ ਦਾ ਨਾਮ ਰੱਖਿਆ ਗਿਆ, ਠੀਕ ਹੈ। ਤਾਂ ਦੋ ਕ੍ਰੇਟਰਾਂ ਦੇ ਨਾਮ ਤਾਂ ਇੰਡੀਆ ਦੇ ਦੋ ਟਾਊਨ ਦੇ ਉੱਪਰ ਰੱਖੇ ਗਏ, ਯੂਪੀ ਦੇ ਟਾਊਨ ਹੈ ਮੁਰਸਨ ਤੇ ਹਿਲਸਾ, ਠੀਕ ਹੈ। ਐਂਡ ਥਰਡ ਕੁਆਟਰ ਜਿਹੜਾ ਹੈਗਾ ਉਹ ਫਿਜ਼ੀਸ਼ੀਅਨ ਹੈ ਜਿਹੜੇ ਆਪਣੇ, ਠੀਕ ਹੈ, ਦਵਿੰਦਰ ਲਾਲ, ਉਹਨਾਂ ਦੇ ਨਾਮ ਤੇ ਰੱਖਿਆ ਗਿਆ, ਕਿਉਂਕਿ ਉਹਨਾਂ ਨੇ ਪਲੈਨੇਟਰੀ ਇੰਸਟੀਟਿਊਸ਼ਨ ਖੋਲਿਆ ਸੀ 1972 ਤੋਂ ਲੈ ਕੇ 1983 ਦੇ ਵਿੱਚ, ਤਾਂ ਇਹਨਾਂ ਦਾ ਰੋਲ ਸੀਗਾ, ਠੀਕ ਹੈ। ਤਾਂ ਆ ਯਾਦ ਰੱਖਣੀ ਹੈ, ਜਿਹੜੀ ਇੰਟਰਨੈਸ਼ਨਲ ਐਸਟਰੋਨੋਮਿਕਲ ਯੂਨੀਅਨ ਹੈ ਨਾ, ਇਹ ਸਭ ਤੋਂ ਵੱਡੀ ਬੋਡੀ ਹੈ ਜਿਹੜੀ ਨਾਮਕਰਨ ਕਰਦੀ ਹੈ ਸਾਰੀ ਚੀਜ਼ਾਂ ਦੇ। ਪਲੂਟੋ ਨੂੰ ਬਾਹਰ ਕੱਢਤਾ, ਦੱਸੋ ਹਨਾ ਕਿੰਨਾ ਮਾੜਾ ਕੀਤਾ ਪਲੂਟੋ ਨਾਲ, ਕਿਉਂ ਕੱਢਤਾ ਬਾਹਰ ਪਲੂਟੋ ਨੂੰ? ਬਾਈ ਆਰਬਿਟ ਚੇਂਜ ਕਰਦਾ ਸੀ, ਮਿਲ ਗਿਆ ਸੀ ਐਸਟਰੋਇਡ ਮਿਲ ਗਿਆ ਸੀ ਬੱਚੋ। ਪਲੈਨਟ ਦੀ ਨਾ ਇੱਕ ਡੈਫੀਨੇਸ਼ਨ ਹੈ ਕਿ ਪਲੈਨਟ ਦਾ ਇੰਨਾ ਐਟਲੀਸਟ ਸਾਈਜ਼ ਹੋਣਾ ਚਾਹੀਦਾ ਕਿ ਉਹ ਆਪਣੀ ਸ਼ੇਪ ਮੇਨਟੇਨ ਕਰ ਸਕੇ ਸਫੈਰੀਕਲ, ਠੀਕ ਹੈ। ਫਿਰ ਇੱਕ ਸਨ ਦੇ ਜਾਂ ਸਟਾਰ ਦੇ ਅਰਾਊਂਡ ਘੁੰਮਣਾ ਚਾਹੀਦਾ ਹੈ, ਠੀਕ ਹੈ। ਉਹਦਾ ਟਾਈਮ, ਉਹਦੇ ਨਾਲ ਕੁਝ ਰੂਲਸ ਹੁੰਦੇ ਆ। ਜਿਹੜਾ ਜਿਹੜਾ ਪਲੂਟੋ ਸੀ ਨਾ, ਉਹਦਾ ਸਾਈਜ਼ ਕਹਿੰਦੇ ਇੰਨਾ ਨਹੀਂ ਹੈਗਾ, ਸਾਈਜ਼ ਬਹੁਤ ਘੱਟ ਸੀ, ਜਿਹੜੀ ਉਹਦੀ ਕੈਟਾਗਰਾਈਜੇਸ਼ਨ ਹੁੰਦੀ ਹੈ ਪਲੈਨਟ ਦੀ ਉਸ ਤੋਂ ਘੱਟ ਸੀਗਾ, ਉਹ ਐਸਟਰੋਇਡ ਵਾਲੇ ਉਸ ਚ ਆ ਰਿਹਾ ਸੀਗਾ, ਤਾਂ ਕਰਕੇ ਪਲੂਟੋ ਨੂੰ ਬਾਹਰ ਕੱਢ ਦਿੱਤਾ ਸੀ। ਪਰ ਦੇਖੋ ਉਹਨਾਂ ਦੇ ਬਾਹਰ ਕੱਢਣ ਨਾਲ ਪਲੂਟੋ ਨੂੰ ਥੋੜਾ ਫਰਕ ਪੈਣਾ, ਪਲੂਟੋ ਤਾਂ ਅੱਜ ਵੀ ਘੁੰਮੀ ਜਾਂਦਾ, ਪਲੂਟੋ ਅੱਜ ਵੀ ਉਵੇਂ ਹੀ ਹੈ। ਆਪਣੀ ਨਜ਼ਰਾਂ 'ਚ ਐਂ ਲੱਗਦਾ ਜੀ ਪਲੂਟੋ ਹੈ ਹੀ ਨਹੀਂ ਪਲੈਨਟ ਵਿੱਚ, ਪਲੂਟੋ ਉੱਥੇ ਹੀ ਹੈ, ਅੱਜ ਵੀ ਉੱਥੇ ਹੀ ਹੈ, ਉਵੇਂ ਉਹ ਆਰਬਿਟ ਕਰਦਾ ਪਿਆ ਸਨ ਨੂੰ। ਦਿਖਾਇਓ ਤੁਸੀਂ ਮੈਨੂੰ, ਠੀਕ ਹੈ, ਕੀ ਲਿਖਿਆ ਜੀ ਚੈੱਕ ਕਰਾਂਗੇ ਆਪਾਂ, ਠੀਕ ਹੈ। ਤਾਂ ਮਤਲਬ ਕੁੱਲ ਮਿਲਾ ਕੇ ਇਹ ਹੁੰਦਾ ਹੈ ਕਿ ਵਿਅਕਤੀ ਤੁਹਾਡੇ ਬਾਰੇ ਜੋ ਮਰਜ਼ੀ ਸੋਚਣ, ਜੋ ਮਰਜ਼ੀ ਕਹਿਣ, ਹਨਾ, ਯੂ ਸ਼ੁਡ ਕੀਪ ਵਰਕਿੰਗ। ਮੇਰਾ ਕਹਿਣ ਦਾ ਮਤਲਬ ਇਹ ਹੈ, ਜੋ ਦੁਨੀਆ ਤੁਹਾਡੇ ਬਾਰੇ ਮਰਜ਼ੀ ਸੋਚੀ ਜਾਵੇ, ਗਲਤ ਸੋਚੇ ਅੱਛਾ ਸੋਚੇ, ਤੁਹਾਡਾ ਕੰਮ ਕੀ ਹੈ, ਤੁਸੀਂ ਕੰਮ ਕਰੀ ਜਾਓ ਆਪਣਾ, ਠੀਕ ਹੈ, ਕਨਸਟੈਂਟਲੀ ਵਰਕ ਕਰੀ ਜਾਓ, ਜਿਹੜੇ ਕ੍ਰਿਟਿਕਸ ਦੇ ਪਿੱਛੇ ਨਹੀਂ ਜਾਈਦਾ ਹੁੰਦਾ, ਠੀਕ ਹੈ ਨਾ। ਤਾਂ ਇਸ ਕਰਕੇ ਪਲੂਟੋ ਵੀ ਉਹੀ ਕੰਮ ਕਰ ਰਿਹਾ, ਤੁਸੀਂ ਵੀ ਉਹੀ ਕੰਮ ਕਰੋ, ਸੋ ਯੂ ਸ਼ੁਡ ਬੀ ਪਲੂਟੋ। ਅੱਗੇ ਬੱਚੋ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ 50th G7 ਲੀਡਰ ਸਮਿਟ ਨੂੰ ਅਟੈਂਡ ਕੀਤਾ ਹੈ, G7, ਠੀਕ ਹੈ। ਤਾਂ ਕਹਿੰਦੇ ਇਹ ਕਿਹੜੀ ਕੰਟਰੀ 'ਚ ਅਟੈਂਡ ਕੀਤਾ ਹੈ? ਇਟਲੀ, ਹਨਾ, ਤਾਂ ਇਟਲੀ ਦੇ ਵਿੱਚ ਅਟੈਂਡ ਕੀਤਾ, ਫੋਟੋ ਬੜੀ ਵਾਇਰਲ ਹੋਈ ਸੀ, ਮੈਂ ਤਾਂ ਹੀ ਪਾਈ ਹੈ, ਠੀਕ ਹੈ। ਮੋਦੀ ਜੀ ਦੀ ਕਹਿੰਦੇ ਮੋਦੀ ਜੀ ਦੀ ਉਮਰ ਵੱਧ ਗਈ ਦੇਖੋ, ਹਨਾ, ਇਟਲੀ 'ਚ ਜਾ ਕੇ, ਤਾਂ ਇਹ ਤਾਂ ਪਾਇਆ ਗਿਆ, ਠੀਕ ਹੈ। ਤਾਂ ਇਟਲੀ ਦੇ ਵਿੱਚ G7 ਸਮਿਟ ਹੋਇਆ ਸੀਗਾ ਬੱਚੋ। ਤਾਂ G7 ਬਾਰੇ ਪਤਾ ਹੋਣਾ ਚਾਹੀਦਾ, ਕਿਹੜੀ ਕਿਹੜੀ ਕੰਟਰੀ ਪਾਰਟਿਸਿਪੇਟ ਕਰਦੀ ਹੈ। ਵਰਲਡ ਦੇ ਸਭ ਤੋਂ ਜ਼ਿਆਦਾ ਡਿਵੈਲਪ ਕੰਟਰੀ ਜਿਹੜੇ G7 ਬਣਾਉਂਦੇ ਆ, ਠੀਕ ਹੈ। ਉਹਦੇ ਵਿੱਚ ਆਪਾਂ ਨੂੰ ਇੰਡੀਆ ਨੂੰ ਵੀ ਐਸਕੀ ਬੁਲਾਇਆ ਸੀਗਾ ਮੀਟਿੰਗ ਦੇ ਵਿੱਚ, ਠੀਕ ਹੈ। ਆਹ ਕੰਟਰੀਜ਼ ਹੈ ਜਿਹੜੀ G7 'ਚ ਹਿੱਸਾ ਲੈਂਦੀਆਂ, ਠੀਕ ਹੈ। ਜਰਮਨੀ, ਇਟਲੀ, ਫਰਾਂਸ, ਯੂਕੇ ਤੇ ਯੂਕੇ, ਠੀਕ ਹੈ, ਇਹ ਸਾਰੀਆਂ, ਜਾਪਾਨ, ਇਹ ਸਾਰੀ G7 ਦੀ ਕੰਟਰੀਜ਼ ਆ। ਤੇ G7 ਬਣਿਆ ਕਦੋਂ ਸੀ? 1975 ਦੇ ਵਿੱਚ। ਤੇ ਮੈਂ ਤੁਹਾਨੂੰ ਕਿਹਾ ਸੀ G7 ਦੇ ਵਿੱਚ ਰਸ਼ੀਆ ਜੋੜ ਦੋ ਤਾਂ ਕੀ ਬਣ ਜਾਂਦਾ? G8 ਬਣ ਜਾਂਦਾ, ਠੀਕ ਹੈ। ਇੰਪੋਰਟੈਂਟ ਹੈ, ਯਾਦ ਰੱਖਣਾ। डायरेक्टर जनरल ऑफ फेडरेशन ऑफ इंडियन चैम्बर्स ऑफ कॉमर्स एंड इंडस्ट्री, फिक्की, कौन बने हैं बच्चों? ज्योति विज, ठीक है। तो डायरेक्टर जनरल ज्योति विज बने हैं फेडरेशन ऑफ इंडियन चैम्बर्स ऑफ कॉमर्स एंड इंडस्ट्री। तो कॉमर्स एंड इंडस्ट्री का ਜਿਹੜਾ ਸੰਗਠਨ ਹੁੰਦਾ ਨਾ ਚੈਂਬਰਸ, ਉਹਦੇ ਰਿਗਾਰਡਿੰਗ ਹੈ, ਕਲੀਅਰ ਹੈ। ਫਿੱਕੀ ਬਾਰੇ ਥੋੜਾ ਜਿਹਾ ਡਾਟਾ ਹੈ ਜਿਹੜਾ ਐਡ ਆਨ ਕੀਤਾ ਗਿਆ। ਬਣਿਆ ਕਦੋਂ ਹੈ ਫਿੱਕੀ? 1927 ਦੇ ਵਿੱਚ ਬਣਿਆ। ਹੈੱਡਕੁਆਟਰ ਕਿੱਥੇ ਫਿੱਕੀ ਦੇ? ਨਿਊ ਦਿੱਲੀ ਦੇ ਵਿੱਚ ਹੈ। ਪ੍ਰੈਜ਼ੀਡੈਂਟ ਕੌਣ ਹੈ? ਅਨੀਸ਼ ਸ਼ਾਹ ਹੈ, ਤੇ ਸੈਕਟਰੀ ਨੇ ਹੁਣੇ ਬਣੇ ਆ ਜੋਤੀ ਵਿਜ, ਠੀਕ ਹੈ। ਤਾਂ ਅਨੀਸ਼ ਸ਼ਾਹ ਤੇ ਜੋਤੀ ਵਿਜ, ਇਹ ਵੀ ਕਹਿ ਰਿਹਾ ਬਸ ਕਰੋ, ਬਸ ਕਰਦੇ ਆ। ਲਾਸਟ ਕਰੰਟ ਅਫੇਅਰ ਬੱਚੋ, ਇਸ ਤੋਂ ਬਾਅਦ ਆਪਣਾ ਜੂਨ ਹਾਫ ਹੋ ਗਿਆ, ਠੀਕ ਹੈ। ਜੂਨ ਦੇ 16 ਜੂਨ ਤੱਕ ਦੇ ਆਪਣੇ ਕਰੰਟ ਅਫੇਅਰ ਖਤਮ ਹੈ। ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਕੌਣ ਬਣੇ ਆ ਦੁਬਾਰਾ? ਠੀਕ ਹੈ, ਹੂ ਹੈ, ਇਹ ਪਹਿਲਾਂ ਵੀ ਰਹੇ ਆ, ਠੀਕ ਹੈ, ਬਾਅਦ ਚ ਨਹੀਂ ਸੀਗੇ। ਹੂ ਹੈਜ਼ ਬੀਨ ਅਪਾਇੰਟਡ ਐਜ਼ ਸਾਊਥ ਅਫਰੀਕਨ ਪ੍ਰੈਜ਼ੀਡੈਂਟ ਇਨ ਜੂਨ 2024, ਕੌਣ ਹੈ ਪਰਸਨ?
हाँ जी, बच्चों तो ही एलिमिनेशन लगाओ। मैं देखदा ਤੁਹਾਡਾ ਐਜੂਕੇਟਡ ਗੈਸ ਕਿਵੇਂ ਲੱਗਦਾ ਹੈ। ਕਈ ਵਾਰੀ ਆਂਸਰ ਨਹੀਂ ਵੀ ਆਂਦਾ ਹੁੰਦਾ ਫਿਰ ਵੀ ਲਗਾਉਣਾ ਪੈਂਦਾ ਹੈ। ਲਗਾਓ ਥੋੜਾ ਐਜੂਕੇਟਡ ਗੈਸ। 1 ਮਿੰਟ ਲਗਾਓ ਆਰਾਮ ਨਾਲ ਸੋਚੋ। ਫਿਰ ਮੈਨੂੰ ਦੱਸਣਾ ਸਰ ਤੁਸੀਂ ਇਹੋ ਜਿਹਾ ਕਿਉਂ ਸੋਚਿਆ। ਠੀਕ ਹੈ। ਹਾਂਜੀ ਬੱਚੋ ਦੱਸੋ। ਬਹੁਤ ਈਜ਼ੀ ਹੈ ਅਗਰ ਤੁਸੀਂ ਇਹਦੇ ਚ ਲਗਾਓਗੇ ਨਾ ਤਾਂ ਤੁਹਾਨੂੰ ਆਪਣੇ ਆਪ ਆਂਸਰ ਪਤਾ ਲੱਗ ਜੂ। ਹਾਂਜੀ ਥੋੜਾ ਬਹੁਤ ਸਮਝ ਆਇਆ। ਕਿਵੇਂ ਕੌਣ ਬੱਚਾ ਇਹਨੂੰ ਕਰ ਪਾਇਆ ਸੋਲਵ ਸਹੀ ਤਰੀਕੇ ਨਾਲ ਜਿਹਨੇ ਕਿਹਾ ਹਾਂ ਸਰ ਮੇਰਾ ਮੈਥਡ ਥੋੜਾ ਜਿਹਾ ਸਹੀ ਹੈ। ਦੇਖੋ ਬੱਚੋ ਇਹ ਵੀ ਇੱਕ ਆਰਟ ਹੁੰਦਾ ਸਿੱਖਣਾ ਪੈਂਦਾ। ਆਬਜ਼ਰਵੇਸ਼ਨ ਬਹੁਤ ਵੱਡੀ ਚੀਜ਼ ਹੁੰਦੀ ਹੈ। ਕਈ ਵਾਰੀ ਪੇਪਰ 'ਚ ਸਾਰਾ ਕੁਝ ਆਪਾਂ ਨੂੰ ਨਹੀਂ ਆਉਂਦਾ ਹੁੰਦਾ ਬਟ ਆਪਾਂ ਨੂੰ ਸਿੱਖਣਾ ਪੈਂਦਾ। ਠੀਕ ਹੈ ਨਾ। ਤਾਂ ਹਮੇਸ਼ਾ ਜ਼ਰੂਰੀ ਨਹੀਂ ਤੁਹਾਨੂੰ ਸਾਰਾ ਕਈ ਵਾਰੀ ਇਹੋ ਜਿਹਾ ਪੇਪਰ ਹੁੰਦਾ ਹੈ ਕਿ ਆਪਣੇ ਕਈ ਵਾਰੀ ਨਾ ਥ੍ਰੈਸ਼ਹੋਲਡ ਵੀ ਕੁਐਸਚਨ ਅਟੈਂਪਟ ਨਹੀਂ ਹੋਏ ਹੁੰਦੇ ਆਪਾਂ ਨੂੰ ਪਤਾ ਵੀ ਸਾਨੂੰ 80 ਕੁਐਸਚਨ ਦਾ ਅਟੈਂਪਟ ਕਰਨੇ ਪੈਣਗੇ ਚਾਹੇ ਆਂਦੇ ਚਾਹੇ ਨਹੀਂ ਆਂਦੇ ਬਟ ਮੇਰੇ 80 ਵੀ ਨਹੀਂ ਹੋ ਰਹੇ ਅਟੈਂਪਟ ਮੈਨੂੰ ਆਂਦੇ ਨਹੀਂ। ਉਸ ਟਾਈਮ ਥੋੜਾ ਦਿਮਾਗ ਖੋਲਣਾ ਪੈਂਦਾ ਹੈ ਐਜੂਕੇਟਡ ਜੇ ਪੇਪਰ ਔਖਾ ਆ ਜੇ ਐਜੂਕੇਟਡ ਗੈਸ ਲਗਾਉਣੇ ਪੈਂਦੇ ਹੁੰਦੇ ਆ। ਹੁਣ ਤੁਸੀਂ ਮੈਨੂੰ ਇਹ ਦੱਸੋ ਇਹਦੇ ਚ ਆਪਾਂ ਸਿਖਾਉਂਦੇ ਆ ਤੁਹਾਨੂੰ ਪਤਾ ਗੈਬਰੀਅਲ ਅਟਲ ਦਾ ਨਾਮ ਸੁਣੇ। ਗੈਬਰੀਅਲ ਅਟਲ ਯਾਦ ਹੈ। ਬਹੁਤ ਵਾਰ ਮੈਂ ਕਰਾਇਆ ਬਹੁਤ ਵਾਰ ਕਰਾਇਆ ਹੋਇਆ ਗੈਬਰੀਅਲ ਅਟਲ ਫਰਾਂਸ। ਠੀਕ ਹੈ। ਯਾਦ ਕਰੋ ਗੈਬਰੀਅਲ ਅਟਲ ਫਰਾਂਸ ਦੇ ਪ੍ਰੈਜ਼ੀਡੈਂਟ ਸੀਗੇ ਹੁਣੇ ਹੁਣੇ ਮੈਂ ਤੁਹਾਨੂੰ ਕਹੀ ਅਕਤੂਬਰ 'ਚ ਬਦਲੇ ਗਏ ਆ। ਠੀਕ ਹੈ। ਤਾਂ ਗੈਬਰੀਅਲ ਅਟਲ ਤਾਂ ਕੱਢ ਦੋ ਬਾਹਰ ਇਹਦਾ ਫਰਾਂਸ ਨਾਲ ਐਸੋਸੀਏਟਡ ਹੈ ਇਹਨਾਂ ਦਾ ਤੁਹਾਨੂੰ ਕਾਮਨ ਸੈਂਸ ਪਤਾ ਹੋਣੀ ਚਾਹੀਦੀ। ਅੱਛਾ ਆ ਦੇਖੋ ਬੈਕਟੇਨੋਵ ਜਿੰਦੇ ਪਿੱਛੇ ਇਹੋ ਜਿਹਾ ਨਾਮ ਹੋਵੇ ਬੈਕਟੇਨੋਵ ਇਹ ਨੋਵ ਕਿਹੋ ਜਿਹੇ ਕੰਟਰੀ ਦਾ ਨਾਮ ਹੁੰਦਾ। ਰਸ਼ੀਆ ਯੂਕਰੇਨ ਠੀਕ ਹੈ ਰਸ਼ੀਆ ਯੂਕਰੇਨ ਦੇ ਵਿੱਚ ਇਹੋ ਜਿਹੇ ਨਾਮ ਚੱਲਦੇ ਆ ਨੇਮ ਹੀ ਦੇਖੋ ਬੈਕਟੇਨੋਵ ਇਹ ਅਫਰੀਕਾ ਕੰਟਰੀ ਦਾ ਨਾਮ ਨਹੀਂ ਹੈਗਾ ਨਾਰਥ ਵਰਲਡ ਜਿਹੜਾ ਹੁੰਦਾ ਨਾ ਉੱਥੇ ਇਹੋ ਜਿਹੇ ਨਾਮ ਚੱਲਦੇ ਹੁੰਦੇ ਆ। ਜਿੰਨੇ ਵੀ ਤੁਸੀਂ ਨਾਮ ਦੇਖੋਗੇ ਨਾ ਉੱਪਰ ਉਹ ਤੁਹਾਨੂੰ ਇਹੋ ਜਿਹੇ ਨਾਮ ਦੇਖਣ ਨੂੰ ਮਿਲਣਗੇ। ਵਲਾਦੀਮੀਰ ਹਨਾ ਵਲਾਦੀਮੀਰ ਪੁਟਿਨ ਦੇਖਿਆ ਨਾ ਤੁਸੀਂ ਉਹਨਾਂ ਦੇ ਨਾਮ ਇਹੋ ਜਿਹੇ ਹੁੰਦੇ ਆ। ਥੋੜਾ ਜਿਵੇਂ ਇੰਡੀਆ ਦੇ ਨਾਮ ਆਪਾਂ ਮਿੰਟ ਚ ਪਤਾ ਲੱਗ ਜਾਂਦਾ ਵੀ ਇਹ ਇੰਡੀਆ ਦਾ ਬੰਦਾ ਹੈ ਨਾਮ ਤੋਂ ਹੀ ਪਤਾ ਲੱਗ ਜਾਂਦਾ ਉਵੇਂ ਤੁਸੀਂ ਥੋੜਾ ਨਾਮ ਤੋਂ ਪਤਾ ਲਗਾਓ। ਅੱਛਾ ਇਰੇਮੀਆ ਮਨੇਲ ਇਹ ਤੁਹਾਨੂੰ ਅਫਰੀਕਾ ਦਾ ਨਾਮ ਲੱਗਦਾ ਇਰੇਮੀਆ ਮਨੇਲ ਹਨਾ ਇਰੇਮੀਆ ਮਨੇਲ ਵੀ ਅਫਰੀਕਾ ਦਾ ਕੰਟਰੀ ਦਾ ਨਾਮ ਨਹੀਂ ਲੱਗਦਾ ਪਿਆ। ਠੀਕ ਹੈ ਨਾ। ਇਰੇਮੀਆ ਮਨੇਲ ਜਿਹੜਾ ਨਾਮ ਹੈ ਇਹ ਥੋੜਾ ਜਿਹਾ ਇਹਦੇ ਚ ਇਸਲਾਮਿਕ ਟੱਚ ਆ ਰਿਹਾ। ਠੀਕ ਹੈ। ਇਸਲਾਮਿਕ ਟੱਚ ਆ ਰਿਹਾ ਨਾ ਇਹਦਾ ਮਤਲਬ ਇਹ ਚੀਜ਼ ਵੀ ਅਫਰੀਕਾ ਨਾਲ ਐਸੋਸੀਏਟਡ ਨਹੀਂ ਹੈਗੀ। ਤਾਂ ਆਪਣੇ ਕੋਲ ਇੱਕ ਹੀ ਬੰਦਾ ਬਚਦਾ ਰਾਮਾ ਫੋਸਾ। ਠੀਕ ਹੈ ਤਾਂ ਰਾਮਾ ਫੋਸਾ ਇੱਕ ਇਹੋ ਜਿਹਾ ਨਾਮ ਹੈ ਜਿਹੜਾ ਕਹਿ ਸਕਦੇ ਹਾਂ ਵੀ ਅਫਰੀਕਨ ਹੋ ਸਕਦਾ। ਕਈ ਵਾਰੀ ਥੋੜਾ ਜਿਹਾ ਗੈਸ ਲਗਾਉਣਾ ਪੈਂਦਾ। ਆਹ ਚੀਜ਼ ਮੈਨੂੰ ਪਤਾ ਸੀ ਕਿ ਬਸ ਫਰਾਂਸ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਰਹੇ ਆ। ਠੀਕ ਹੈ। ਪ੍ਰੈਜ਼ੀਡੈਂਟ ਸੌਰੀ ਠੀਕ ਹੈ ਤਾਂ ਗੈਬਰੀਅਲ ਅਟਲ ਉਸ ਤੋਂ ਬਾਅਦ ਬੈਕਟੇਨੋ ਮੈਨੂੰ ਪਤਾ ਰਸ਼ੀਅਨ ਨੇਮ ਹੈ ਸੈਂਟਰਲ ਏਸ਼ੀਅਨ ਨੇਮ ਹੈ। ਠੀਕ ਹੈ। ਆ ਮੈਨੂੰ ਪਤਾ ਹੈ ਵੀ ਇਹ ਇਸਲਾਮਿਕ ਨਾਲ ਥੋੜਾ ਜਿਹਾ ਰਿਲੇਟਡ ਹੈ। ਇਹਦਾ ਮਤਲਬ ਸਾਊਥ ਅਫਰੀਕਾ ਦੇ ਆ ਹੋਣਗੇ ਰਾਮਾਫੋਸਾ। ਐਲੀਮੀਨੇਸ਼ਨ ਵੀ ਸਿੱਖੋ। ਠੀਕ ਹੈ। ਤਾਂ ਜਦੋਂ ਟੈਸਟ ਔਖਾ ਆਉਂਦਾ ਹੈ ਪੇਪਰ ਔਖਾ ਆਉਂਦਾ ਹੈ ਉੱਥੇ ਤੁਹਾਨੂੰ ਆਹ ਚੀਜ਼ ਕੰਮ ਆਊਗੀ। ਦੇਖੋ ਬੱਚੋ ਆਹ ਦੇਖੋ ਜਿਹੜੇ ਜ਼ਰੇਮੀਆ ਮਨੇਲ ਹੈ ਸੋਲੋਮਨ ਆਈਲੈਂਡ ਦੇ ਆ। ਠੀਕ ਹੈ। ਸੋਲੋਮਨ ਆਈਲੈਂਡ ਦੇ ਵਿੱਚ ਨਾ ਮੁਸਲਿਮ ਇਸਲਾਮ ਰਿਲੀਜਨ ਫੋਲੋ ਕੀਤਾ ਜਾਂਦਾ ਆ ਦੇਖੋ ਨਾਮ ਤੋਂ ਹੀ ਥੋੜਾ ਜਿਹਾ ਪਤਾ ਲੱਗ ਜਾਂਦਾ ਜ਼ਰੇਮੀਆ। ਠੀਕ ਹੈ ਨਾ। ਤਾਂ ਇਹੋ ਜਿਹੇ ਨਾਮ ਤੁਹਾਨੂੰ ਮੁਸਲਿਮ ਕਮਿਊਨਿਟੀ ਚ ਨਜ਼ਰ ਆਉਂਦੇ ਆ ਜਾਂ ਜਿਵੇਂ ਠੀਕ ਹੈ ਨਾ ਤੁਸੀਂ ਦੇਖੋ ਫਲਸਤੀਨ ਚ ਨਾਮ ਇਹੋ ਜਿਹੇ ਨਜ਼ਰ ਆਉਣਗੇ ਤੁਹਾਨੂੰ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ। ਠੀਕ ਹੈ। ਕਲੀਅਰ ਹੈ। ਚਲੋ ਅੱਜ ਦੇ ਲਈ ਇੰਨਾ ਹੀ। ਠੀਕ ਹੈ ਬੱਚੋ ਥੈਂਕ ਯੂ।